ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤ ਅਤ ਮੂਚੋ ਮੂਚਾ ਹਉ ਕੁਰਬਾਨੀ ਤੇਰੇ ਵੰਝਾਂ ਨਾਨਕ ਦਾਸ ਦਸਾ ਬਣਿਆ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਸਰੀ ਵਿਖੇ ਸ਼ਾਮਾਂ ਦੇ ਦੀਵਾਨ ਦੀ ਆਪਾਂ ਹਾਜ਼ਰੀ ਭਰ ਰਹੇ ਹਾਂ। ਹੁਣ ਆਪ ਜੀ ਨੇ ਬਹੁਤ ਹੀ ਸਤਿਕਾਰਯੋਗ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ ਜਵੱਦੀ ਵਾਲੇ ਉਹਨਾਂ ਪਾਸੋਂ ਬੜਾ ਹੀ ਸੁਰੀਲਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਆਓ ਹੁਣ ਆਪਾਂ ਕਈ ਰੋਜ਼ ਤੋਂ ਲੈ ਕੇ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਲਾਹੀ ਗੁਰਬਾਣੀ ਉਹਦੇ ਵਿੱਚੋਂ ਸ਼੍ਰੀ ਰਾਗ ਵਿੱਚ ਜੋ ਸਾਹਿਬਾਂ ਨੇ ਬਚਨ ਉਚਾਰਨ ਕੀਤੇ ਨੇ ਉਹਨਾਂ ਦੀ ਟੇਕ ਲੈ ਕੇ ਹੀ ਆਪਾਂ ਗੁਰਮਤਿ ਵਿਚਾਰ ਦੀ ਸਾਂਝ ਪਾਉਣੀ ਹੈ। ਆਪ ਜੀ ਕਿਰਪਾ ਕਰਕੇ ਅਸੀਸ ਦਿਓ ਤਾਂ ਕਿ ਗੁਰੂ ਕੀ ਅਗਾਧ ਬੋਧ ਬਾਣੀ ਦੀ ਵਿਚਾਰ ਗੁਰੂ ਕਿਰਪਾ ਦਾ ਸਦਕਾ ਕਰ ਸਕੀਏ। ਉਸ ਤੋਂ ਪਹਿਲੇ ਸਾਰੇ ਗੁਰੂ ਚਰਨਾਂ ਵਿੱਚ ਨਵਾਈਏ ਸੀਸ ਮਨ ਬਿਰਤੀ ਨੂੰ ਇਕਾਗਰ ਕਰਦਿਆਂ ਉਚਾਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਸ਼ਬਦ ਉਚਾਰਨ ਕੀਤੇ ਨੇ ਉਹਨਾਂ ਵਿੱਚੋਂ ਅੱਜ ਆਪਾਂ ਚੌਥੇ ਸ਼ਬਦ ਦੀ ਵਿਚਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਕਰਨੀ ਹੈ। ਤੇ ਆਪ ਜੀ ਨੂੰ ਯਾਦ ਰਹੇ ਸ੍ਰੀ ਰਾਗ ਗੁਰਬਾਣੀ ਦਾ
ਸਭ ਤੋਂ ਪਹਿਲਾ ਰਾਗ ਹੈ ਅਤੇ ਇੱਥੋਂ ਹੀ ਰਾਗਾਂ ਦੀ ਪ੍ਰਾਰੰਭਤਾ ਹੁੰਦੀ ਹੈ। ਪਹਿਲੀਆਂ ਜੋ ਬਾਣੀਆਂ ਨੇ ਉਹਦੇ ਅਲੱਗ-ਅਲੱਗ ਸਿਰਲੇਖ ਨੇ, ਉਹ ਵੱਖਰਾ ਵਿਸ਼ਾ ਹੈ। ਪਰ ਸ੍ਰੀ ਰਾਗ ਤੋਂ ਗੁਰੂ ਸਾਹਿਬ ਜੀ ਲੜੀਵਾਰ ਜੋ ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ 31 ਰਾਗਾਂ ਵਿੱਚ, ਉਹਦੀ ਸ਼ੁਰੂਆਤ ਇੱਥੋਂ ਕਰਦੇ ਨੇ। ਆਓ ਆਪਾਂ ਗੁਰਬਾਣੀ ਦੇ ਪਾਵਨ ਸ਼ਬਦ ਦੀ ਵਿਚਾਰ ਦੀ ਪ੍ਰਾਰੰਭਤਾ ਕਰੀਏ। ਆਪ ਜੀ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਦੇ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਪਾਵਨ ਬਾਣੀ ਹੈ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ। ਭਾਵ ਜੋ ਬੰਦੇ ਦੇ ਅੰਦਰ ਵਿਕਾਰ ਨੇ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਤਸ਼ਬੀਹ ਦਿੱਤੀ ਹੈ, ਬਰਾਬਰਤਾ ਦਿੱਤੀ ਹੈ। ਜਿਵੇਂ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਨੂੰ ਖਾਣ ਦੀ ਜਿਹੜੀ ਲਾਲਸਾ ਹੈ, ਉਹਨੂੰ ਗੁਰੂ ਸਾਹਿਬ ਜੀ ਕਹਿੰਦੇ ਉਹ ਕੁੱਤੇ ਸਮਾਨ ਹੈ। ਲੱਭ ਕੁੱਤਾ, ਜਿਵੇਂ ਅੰਦਰੋਂ ਵਾਰ-ਵਾਰ ਕੁੱਤਾ ਭੌਂਕਦਾ ਰਹਿੰਦਾ ਹੈ, ਇਸੇ ਤਰ੍ਹਾਂ ਉਹ ਜਿਹੜੀ ਲਾਲਸਾ ਹੈ ਨਾ, ਕੁੱਤੇ ਦੀ ਤਰ੍ਹਾਂ ਵਾਰ-ਵਾਰ ਕਦੇ ਕੁਛ ਖਾਣ ਨੂੰ ਮੰਗਦੀ ਹੈ। ਲੱਭ ਕੁੱਤਾ, ਕੂੜ, ਕੂੜ ਮੈਨੇ ਝੂਠ। ਜੀਵਨ ਵਿੱਚ ਜਿੰਨਾ ਵੀ ਸਾਡੇ ਝੂਠ ਹੈ ਉਹਨੂੰ ਗੁਰੂ ਸਾਹਿਬ ਜੀ ਕਹਿੰਦੇ ਮੰਨ ਲਓ ਉਹ ਅਸਲ ਵਿੱਚ ਤੇਰੇ ਅੰਦਰ ਇੱਕ ਚੂੜਾ ਬੈਠਾ ਹੈ। ਆਪਾਂ ਬਾਹਰ ਜਾਤੀ ਕਰਕੇ ਕਹਿ ਦਿੰਦੇ ਹਾਂ ਤੇ ਉਹਨਾਂ ਨੂੰ ਨੀਵੀਂ ਜਾਤ ਮੰਨਿਆ ਜਾਂਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਵੀ ਉਸੇ ਤਰ੍ਹਾਂ ਤੂੰ ਆਪਦੇ ਅੰਦਰ ਸਮਝ ਲੈ ਕਿ ਜਿਹੜਾ ਤੂੰ ਝੂਠ ਬੋਲਦਾ ਹੈ, ਕਹਿੰਦੇ ਤੇਰੇ ਅੰਦਰ ਉਹ ਚੂੜਾ ਬੈਠਾ ਹੈ। ਜਿਵੇਂ ਉਹ ਬਰਾਦਰੀ ਜਾਤੀ ਕਰਕੇ ਨੀਵਾਂ ਹੈ, ਇਸੇ ਤਰ੍ਹਾਂ ਜਿਹਦੇ ਅੰਦਰ ਕੂੜ ਹੁੰਦਾ ਹੈ ਉਹ ਵੀ ਜੀਵਨ ਕਰਕੇ ਨੀਵਾਂ ਹੋ ਜਾਂਦਾ ਹੈ। ਇਸੇ ਲਈ ਜਿਹੜੇ ਮਹਾਂਪੁਰਸ਼ ਨੇ, ਜਿਹੜੇ ਸੱਚੇ ਪੁਰਸ਼ ਨੇ, ਉਹਨਾਂ ਦਾ ਸਮਾਜ ਅੰਦਰ, ਦੇਸ਼ ਅੰਦਰ, ਕੌਮ ਅੰਦਰ ਸਤਿਕਾਰ ਹੁੰਦਾ ਹੈ। ਤੇ ਜਿਹੜੇ ਝੂਠੇ ਬੰਦੇ ਹੁੰਦੇ ਨੇ ਉਹ ਬਿਲਕੁਲ ਉਹਨਾਂ ਦਾ ਜੀਵਨ ਥੱਲੇ ਗਿਰ ਜਾਂਦਾ ਹੈ। ਗੁਰੂ ਸਾਹਿਬ ਜੀ ਬਾਣੀ 'ਚ ਕਹਿੰਦੇ ਨੇ ਸੱਚੋਂ ਉਰੈ ਸਭ ਕੋ, ਕਹਿੰਦੇ ਸਭ ਕੁਝ ਸੱਚ ਤੋਂ ਉਰੇ ਹੈ, ਉੱਪਰ ਸੱਚ ਆਚਾਰ। ਕਹਿੰਦੇ ਸੱਚਾ ਆਚਰਣ ਇਹ ਸੱਚ ਤੋਂ ਵੀ ਉੱਪਰ ਹੈ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਹਿਬ। ਕਹਿੰਦੇ ਨੇ ਕੂੜ ਚੂੜਾ, ਠੱਗ ਖਾਦਾ ਮੁਰਦਾਰ। ਜਿਹੜਾ ਠੱਗ ਕੇ ਖਾਦਾ ਹੈ ਤੂੰ ਜ਼ਿੰਦਗੀ ਵਿੱਚ, ਉਹ ਕਹਿੰਦੇ ਤੂੰ ਮੁਰਦਾਰ ਖਾਦਾ ਹੈ। ਪਾ ਮੁਰਦਾਰ ਕਿਹਨੂੰ? ਮਰੇ ਹੋਏ ਜਾਨਵਰ ਦਾ ਮਾਸ ਖਾਣਾ, ਉਹਨੂੰ ਮੁਰਦਾਰ ਆਖਿਆ ਜਾਂਦਾ ਹੈ। ਕਹਿੰਦੇ ਠੱਗ ਕੇ ਖਾਦਾ ਮੁਰਦਾਰ ਖਾਣ ਦੇ ਬਰਾਬਰ ਹੈ। ਗੁਰੂ ਸਾਹਿਬ ਜੀ ਸਾਡੇ ਅੰਦਰ ਦੀਆਂ ਬਿਰਤੀਆਂ, ਵਾਸ਼ਨਾਵਾਂ, ਵਿਕਾਰਾਂ ਦਾ ਜ਼ਿਕਰ ਕਰ ਰਹੇ ਨੇ। ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਪਰ ਨਿੰਦਾ ਤੇ ਜਿਹੜੀ ਪਰਾਈ ਨਿੰਦਿਆ ਹੈ ਉਹ ਕਹਿੰਦੇ ਸੁਧੀ, ਸੁਧੀ ਮੈਨੇ ਸਾਰੀ ਦੀ ਸਾਰੀ, ਪੂਰੀ ਦੀ ਪੂਰੀ। ਭਾਵ ਪਰਾਈ ਮੈਲ, ਪਰਾਇਆ ਗੰਧ, ਕਹਿੰਦੇ ਉਹਨੂੰ ਖਾ ਲੈਣਾ। ਜਿਹੜੀ ਪਰਾਈ ਨਿੰਦਿਆ ਹੈ ਉਹ ਪਰਾਏ ਗੰਧ ਖਾਣ ਦੇ ਬਰਾਬਰ ਹੈ। ਪਰ ਨਿੰਦਾ ਪਰ ਮਲ, ਪਰ ਮਲ ਭਾਵ ਦੂਜਿਆਂ ਦੀ ਮੈਲ। ਮੁਖ ਸੁਧੀ, ਸੁਧੀ ਤੋਂ ਭਾਵ ਸਾਰੀ ਦੀ ਸਾਰੀ, ਪਰਾਈ ਮੈਲ ਖਾ ਜਾਣੀ, ਇਹ ਹੈ ਪਰਾਈ ਨਿੰਦਿਆ। ਭਾਵ ਨਿੰਦਿਆ ਇੰਨੀ ਮਾੜੀ ਹੈ। ਗੁਰੂ ਸਾਹਿਬ ਜੀ ਬਾਣੀ 'ਚ ਕਹਿੰਦੇ
ਇੱਕ ਤੇ ਆਪਾਂ ਆਖਦੇ ਆ ਨਾ ਕਿ ਕਿਸੇ ਸੰਤ ਦੀ, ਮਹਾਂਪੁਰਸ਼ ਦੀ ਨਿੰਦਿਆ ਉਹ ਮਾੜੀ ਹੈ। ਗੁਰੂ ਸਾਹਿਬਾਂ ਨੇ ਸੁਖਮਨੀ ਸਾਹਿਬ ਜੀ ਦੇ ਅੰਦਰ ਜਿਹੜੀ 13ਵੀਂ ਅਸ਼ਟਪਦੀ ਹੈ, ਉਹ ਸਾਰੀ ਦੀ ਸਾਰੀ ਸੰਤ ਮਹਾਂਪੁਰਸ਼ਾਂ ਦੀ ਨਿੰਦਿਆ ਕਿੰਨੀ ਮਾੜੀ ਹੈ ਉਹਦੇ ਸੰਬੰਧ 'ਚ ਉਚਾਰਨ ਕੀਤੀ ਹੈ। ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁੜ ਬਹੁੜ ਅਵਤਾਰ। ਪਰ ਇੱਕ ਥਾਂ ਤੇ ਸਾਹਿਬ ਇਹ ਵੀ ਕਹਿੰਦੇ ਨੇ, ਨਿੰਦਾ ਭਲੀ ਕਿਸੇ ਕੀ ਨਾਹੀ। ਉੱਥੇ ਕਿ ਕਿਸੇ ਦੀ ਵੀ, ਭਾਵੇਂ ਕੋਈ ਆਮ ਬੰਦਾ ਹੀ ਹੋਏ, ਕਹਿੰਦੇ ਨਿੰਦਿਆ ਕਰਨੀ ਤੇ ਕਿਸੇ ਦੀ ਵੀ ਚੰਗੀ ਨਹੀਂ। ਨਿੰਦਾ ਭਲੀ ਕਿਸੇ ਕੀ ਨਾਹੀ। ਪਰ ਕਹਿੰਦੇ ਜਿਹੜੇ ਕਰਦੇ ਨੇ ਮਨਮੁਖ ਮੁਗਧ ਕਰਨ, ਜਿਹੜੇ ਮਨਮੁਖ ਨੇ, ਜਿਹੜੇ ਮੁਗਧ ਨੇ, ਮੂਰਖ ਨੇ, ਉਹ ਕਹਿੰਦੇ ਉਹਦੇ ਬਾਵਜੂਦ ਵੀ ਕਰਦੇ ਨੇ। ਭਾਵੇਂ ਇੰਨੀ ਮਾੜੀ ਹੈ ਨਿੰਦਿਆ ਕਰਨੀ, ਪਰ ਉਹਦੇ ਬਾਵਜੂਦ ਵੀ ਜਿਹੜੇ ਮਨਮੁਖ ਨੇ, ਮੁਗਧ ਨੇ, ਉਹ ਫਿਰ ਵੀ ਕਰਦੇ ਨੇ। ਮਨਮੁਖ ਮੁਗਧ ਕਰਨ, ਤੇ ਜਿਹੜੇ ਕਰਦੇ ਨੇ ਫਿਰ ਉਹਨਾਂ ਦਾ ਹਸ਼ਰ ਕੀ ਹੁੰਦਾ ਹੈ? ਮੂੰਹ ਕਾਲੇ ਤਿੰਨ ਨਿੰਦਕਾਂ। ਕਹਿੰਦੇ ਰੱਬ ਦੇ ਘਰ ਵਿੱਚ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਨੇ। ਮੂੰਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਪਵਨ। ਕਹਿੰਦੇ ਘੋਰ ਨਰਕ ਵਿੱਚ ਪਾਏ ਜਾਂਦੇ ਨੇ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਤੇ ਇੱਕ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਜਿੱਥੇ ਨਿੰਦੋ ਨਿੰਦੋ ਲੋਗ ਮੋਕੋ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਉਹਦੇ ਵਿੱਚ ਭਗਤ ਜੀ ਇਹ ਵੀ ਕਹਿੰਦੇ ਨੇ ਕਿ ਹਮਰੇ ਕੱਪੜੇ ਨਿੰਦਕ ਧੋਏ। ਜਿਹੜਾ ਨਿੰਦਕ ਹੈ ਕਹਿੰਦੇ ਉਹ ਮੇਰੇ ਕੱਪੜੇ ਧੋ ਰਿਹਾ ਹੈ। ਭਾਵ ਜਿਵੇਂ ਕੱਪੜੇ ਧੋ ਕੇ ਤੇ ਮੈਲ ਬਾਹਰ ਕੱਢ ਦਈਦੀ ਹੈ ਨਾ, ਉਹ ਕਹਿੰਦੇ ਮੇਰੇ ਜੀਵਨ ਵਿੱਚ ਜਿਹੜੀ ਕੋਈ ਥੋੜ੍ਹੀ ਬਹੁਤ ਮੈਲ ਹੈ ਨਾ, ਉਹ ਕੱਪੜੇ ਵਾਂਗੂ ਧੋ ਕੇ ਕਹਿੰਦੇ ਉਹ ਨਿੰਦਕ ਸਾਫ਼ ਕਰੀ ਜਾਂਦਾ, ਉਹੀ ਚੁੱਕੀ ਜਾਂਦਾ ਭਾਰ। ਤੋ ਸਾਧ ਸੰਗਤ, ਜਿਹੜੀ ਨਿੰਦਿਆ ਹੈ ਉਹ ਪਰਮਾਰਥ ਦੇ ਮਾਰਗ ਵਿੱਚ, ਧਾਰਮਿਕ ਮਾਰਗ ਵਿੱਚ ਬਹੁਤ ਮਾੜੀ ਹੈ। ਕਿਉਂਕਿ ਆਪਾਂ ਓਨੀ ਕਮਾਈ ਨਹੀਂ ਕਰ ਸਕਦੇ, ਓਨੀ ਆਪਾਂ ਬਾਣੀ ਨਹੀਂ ਪੜ੍ਹ ਸਕਦੇ, ਓਨੀ ਸੇਵਾ ਨਹੀਂ ਕਰ ਸਕਦੇ, ਜਿੰਨੀ ਆਪਾਂ ਨਿੰਦਿਆ ਕਰਕੇ ਆਪਣੇ ਉੱਪਰ, ਹਿਰਦੇ ਦੇ ਉੱਪਰ, ਮਨ ਦੇ ਉੱਪਰ ਮੈਲ ਚੜ੍ਹਾ ਲੈਂਦੇ ਹਾਂ। ਉਹ ਮੈਲ ਬਾਣੀ ਉਤਾਰਦੀ ਹੈ, ਨਾਮ ਉਤਾਰਦਾ ਹੈ, ਤੇ ਜੇ ਫਿਰ ਨਿੰਦਿਆ ਕਰ ਲਈ ਉਹ ਫਿਰ ਚੜ੍ਹ ਜਾਂਦੀ ਹੈ। ਗੁਰੂ ਕਿਰਪਾ ਕਰੇ ਇਸ ਨਿੰਦਿਆ ਦੇ ਵਿਕਾਰ ਤੋਂ। ਇਹਦੇ ਵਿੱਚ ਰਸ ਬੜਾ ਹੈ, ਇਹਦੇ ਵਿੱਚ ਰਸ ਹੈ। ਵਿਕਾਰਾਂ ਦੇ ਅੰਦਰ ਰਸ ਤੇ ਹੈ। ਜੇ ਰਸ ਨਾ ਹੋਏ ਤੇ ਫਿਰ ਬੰਦਾ ਉਹਨਾਂ ਵਿਕਾਰਾਂ ਦੇ ਨਾਲ ਲੰਪਟ ਕਿਉਂ ਹੋਏ, ਉਹਨਾਂ ਵਿਕਾਰਾਂ ਦੇ ਨਾਲ ਅਟੈਚ ਕਿਉਂ ਹੋਏ? ਹੁੰਦਾ ਹੀ ਤਾਂ ਹੈ ਕਿਉਂਕਿ ਉਹਨਾਂ ਅੰਦਰ ਰਸ ਹੈ। ਸਾਧ ਸੰਗਤ, ਲੇਕਿਨ ਗੁਰੂ ਸਾਹਿਬ ਜੀ ਬਾਣੀ 'ਚ ਫਰਮਾਨ ਕਰਦੇ ਨੇ, ਕਹਿੰਦੇ ਜਿਹੜੇ ਇਹ ਵਿਕਾਰਾਂ ਦੇ ਰਸ ਨੇ ਨਾ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਲਫ਼ਜ਼ ਵਰਤਿਆ ਇਹ ਰਸ। ਇਹ ਰਸ ਭਾਵ ਜਿਹੜੇ ਦਿਖਾਈ ਦੇ ਰਹੇ ਨੇ, ਬੰਦਿਆ ਜਿਹੜੇ ਤੇਰੇ ਸਾਹਮਣੇ ਨੇ, ਉਹਨਾਂ ਲਈ ਲਫ਼ਜ਼ ਇਹ ਵਰਤਿਆ। ਤੇ ਇੱਕ ਰੱਬੀ ਰਸ, ਨਾਮ ਦਾ ਰਸ, ਉਹਦੇ ਵਾਸਤੇ ਗੁਰੂ ਸਾਹਿਬਾਂ ਨੇ ਸ਼ਬਦ ਵਰਤਿਆ ਉਹ ਰਸ। ਉਹ ਕਿਹਦੇ ਵਾਸਤੇ ਵਰਤਦੇ ਹਾਂ? ਜਿਹੜਾ ਦਿਖਾਈ ਨਾ ਦਿੰਦਾ ਹੋਏ, ਉਹਦੇ ਲਈ ਆਪਾਂ ਵਰਤਦੇ ਹਾਂ ਉਹ। ਤੇ ਜਿਹੜਾ ਦਿਸਦਾ ਹੋਏ ਉਹਦੇ ਲਈ ਇਹ। ਗੁਰੂ ਸਾਹਿਬ ਕਹਿੰਦੇ ਆ ਸੰਸਾਰ ਦੇ ਰਸਤੇ ਤੇਰੀ ਦ੍ਰਿਸ਼ਟੀ ਗੋਚਰ ਨੇ, ਇਹ ਤੇਰੀ ਸਮਝ ਵਿੱਚ ਨੇ, ਇਹ ਤੂੰ ਵੇਖੇ ਨੇ, ਪਰਖੇ ਨੇ, ਇਹਨਾਂ ਨੂੰ ਚੱਖਿਆ ਹੈ। ਪਰ ਕਹਿੰਦੇ ਇਹ ਰਸ ਛਾੜੇ ਉਹ ਰਸ ਆਵਾ। ਕਹਿੰਦੇ ਇਹ ਰਸ ਛੱਡੇਗਾ ਤੇ ਉਹ ਰਸ ਆਏਗਾ। ਜਿਹੜਾ ਰਸ ਤੂੰ ਚੱਖਿਆ ਨਹੀਂ ਉਹ ਰਸ ਆਏਗਾ ਇਹ ਰਸ ਛੱਡਣ ਤੋਂ ਬਾਅਦ। ਕਹਿੰਦੇ ਉਹ ਰਸ ਪੀਆ ਜਿਹਨੇ, ਫਿਰ ਉਹ ਰਸ ਪੀ ਲਿਆ, ਇਹ ਰਸ ਨਹੀਂ ਭਾਵਾ। ਕਹਿੰਦੇ ਫਿਰ ਆ ਜਿਹੜੇ ਦੁਨਿਆਵੀ ਰਸ ਨੇ ਨਾ, ਇਹ ਉਹਨੂੰ ਭਾਉਂਦੇ ਹੀ ਨਹੀਂ, ਭਾਵ ਉਹਨੂੰ ਚੰਗੇ ਹੀ ਨਹੀਂ ਲੱਗਦੇ।
ਕਿਉਂਕਿ ਜਿਹੜਾ ਰੱਬੀ ਨਾਮ ਦਾ ਰਸ ਹੈ ਉਹ ਬਹੁਤ ਉੱਤਮ ਹੈ, ਬਹੁਤ ਸ੍ਰੇਸ਼ਟ ਹੈ। ਤਾਂ ਹੀ ਸਾਹਿਬ ਫਰਮਾਨ ਕਰਦੇ ਨੇ, ਵਿਖੇ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ। ਸਖੀਏ, ਜਿਹੜੇ ਵਿਸ਼ੇ ਵਿਕਾਰਾਂ ਦੇ ਰਸ ਜਿਹੜੇ ਫਿੱਕੇ ਨੇ, ਇਹਨਾਂ ਦਾ ਤਿਆਗ ਕਰਦੇ, ਨਾਮ ਦਾ ਮਹਾਨ ਰਸ ਉਹ ਤੂੰ ਤਾਂ ਪੀ ਸਕੇਂਗੀ। ਉਹ ਪੀ, ਇਹਨਾਂ ਦਾ ਤਿਆਗ ਕਰਦੇ, ਇਹ ਫਿੱਕੇ ਨੇ। ਸਾਧ ਸੰਗਤ, ਬਾਬਾ ਸ਼ੇਖ ਫਰੀਦ ਜੀ ਜਦੋਂ ਛੋਟੀ ਉਮਰ ਸੀ ਤੇ ਬੱਚਿਆਂ ਨੂੰ ਖਾਣ ਪੀਣ ਦਾ ਥੋੜ੍ਹਾ ਜ਼ਿਆਦਾ ਲਾਲਚ ਹੁੰਦਾ ਹੈ, ਮਾਂ ਨੇ ਉਸ ਵੇਲੇ ਮਿੱਠੀਆਂ ਚੀਜ਼ਾਂ ਦਾ ਲਾਲਚ ਦੇ ਕੇ ਬਾਬਾ ਜੀ ਨੂੰ ਬੰਦਗੀ ਵਾਲੇ ਪਾਸੇ ਲਾਇਆ। ਕਦੇ ਮਾਂ ਨੇ ਗੁੜ ਦੇ ਦੇਣਾ, ਕਦੇ ਸ਼ੱਕਰ ਦੇ ਦੇਣੀ, ਕਦੇ ਖੰਡ ਦੇ ਦੇਣੀ, ਕਦੇ ਮਿਸ਼ਰੀ ਦੇ ਦੇਣੀ। ਬਾਬਾ ਸ਼ੇਖ ਫਰੀਦ ਜੀ ਮਾਂ ਵੱਲੋਂ ਇਸ ਕੀਤੇ ਹੋਏ ਉਪਰਾਲੇ ਦਾ ਸਦਕਾ ਪਰਮੇਸ਼ਰ ਦੇ ਮਾਰਗ 'ਤੇ ਚੱਲ ਪਏ। ਜਦੋਂ ਬੰਦਗੀ ਕਰਦਿਆਂ ਕਰਦਿਆਂ ਜਦੋਂ ਬੰਦਗੀ ਦਾ ਰਸ ਆ ਗਿਆ ਨਾ, ਤੇ ਬਾਬਾ ਜੀ ਨੂੰ ਉਹ ਬਚਪਨ ਦਾ ਸਮਾਂ ਯਾਦ ਆਇਆ ਕਿ ਕਿਸੇ ਵੇਲੇ ਮੇਰੀ ਮਾਂ ਮੈਨੂੰ ਇਹਨਾਂ ਚੀਜ਼ਾਂ ਦਾ ਲਾਲਚ ਦੇ ਕੇ ਬੰਦਗੀ ਕਰਨ ਵਾਲੇ ਪਾਸੇ ਪ੍ਰੇਰਿਆ ਕਰਦੀ ਸੀ। ਤੇ ਉਸ ਵੇਲੇ ਫਿਰ ਬਾਬਾ ਜੀ ਨੇ ਜ਼ਿਕਰ ਕੀਤਾ, ਫਰੀਦਾ ਸ਼ੱਕਰ ਖੰਡ ਨੇਵਾਤ ਗੁੜ, ਮਾਖਿਓ ਮਾਝਾ ਦੁੱਧ। ਬਾਬਾ ਜੀ ਕਹਿੰਦੇ ਨੇ ਸ਼ੱਕਰ, ਖੰਡ, ਨਿਵਾਤ ਮੈਨੇ ਮਿਸ਼ਰੀ, ਮਾਖਿਓ ਮੈਨੇ ਸ਼ਹਿਦ, ਮਾਝਾ ਦੁੱਧ, ਮੱਝ ਦਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਨ ਤੁਧ। ਹੇ ਰੱਬ ਜੀ, ਇਹ ਵਸਤੂਆਂ ਤੇ ਭਾਵੇਂ ਸਾਰੀਆਂ ਹੀ ਮਿੱਠੀਆਂ ਨੇ, ਪਰ ਤੁਹਾਡੇ ਨਾਮ ਵਿੱਚ, ਤੁਹਾਡੀ ਬੰਦਗੀ ਵਿੱਚ ਜਿਹੜੀ ਮਿਠਾਸ ਹੈ ਨਾ, ਉਸ ਮਿਠਾਸ ਦੇ ਬਰਾਬਰ ਨਹੀਂ ਪਹੁੰਚ ਸਕਦੀਆਂ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਤੇ ਸਾਧ ਸੰਗਤ, ਗੁਰੂ ਸਾਹਿਬ ਜੀ ਸਾਨੂੰ ਇਸ ਅੰਦਰ ਦੇ ਜਿਹੜੇ ਵਿਕਾਰ ਨੇ ਉਹਨਾਂ ਤੋਂ ਬਚਣ ਵਾਸਤੇ ਸੁਚੇਤ ਕਰਦੇ ਨੇ। ਭਾਈ, ਜਿਹੜੇ ਇਹ ਵਿਕਾਰ ਨੇ ਇਹ ਇਸ ਪ੍ਰਕਾਰ ਦੀਆਂ ਬਿਰਤੀਆਂ ਨੇ। ਬਾਹਰ ਤਾਂ ਤੂੰ ਇਹਨਾਂ ਚੀਜ਼ਾਂ ਤੋਂ ਨਫ਼ਰਤ ਕਰਦਾ ਹੈ, ਪਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਤੂੰ ਅੰਦਰ ਲੈ ਕੇ ਬੈਠਾ ਹੈ। ਇੱਕ ਵਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਹਰਿਦੁਆਰ। ਹਰਿਦੁਆਰ ਦੇ ਬਾਰ-ਬਾਰ ਗੁਰੂ ਸਾਹਿਬ ਜੀ ਬੈਠੇ ਨੇ। ਟਾਈਮ ਹੋਇਆ ਭੋਜਨ ਦਾ। ਮਰਦਾਨਾ ਜੀ ਨੇ ਆਖਿਆ, ਮਹਾਰਾਜ ਮੈਂ ਵੀ ਭੋਜਨ ਤਿਆਰ ਕਰ ਲਾਂ। ਹੁਣ ਉਹਦੇ ਵਾਸਤੇ ਅੱਗ ਚਾਹੀਦੀ ਸੀ। ਮਰਦਾਨੇ ਨੇ ਧਿਆਨ ਮਾਰਿਆ ਤੇ ਦੂਰ ਥੋੜ੍ਹਾ ਥੋੜ੍ਹਾ ਧੂੰਆਂ ਨਿਕਲਦਾ ਦਿਸਿਆ। ਮਰਦਾਨੇ ਨੇ ਕਿਹਾ, ਮਹਾਰਾਜ ਮੈਂ ਅੱਗ ਲੈ ਆਵਾਂ। ਸਤਿਗੁਰੂ ਜੀ ਕਹਿੰਦੇ, ਲੈ ਆ। ਭਾਈ ਮਰਦਾਨਾ ਜੀ ਚਲੇ ਗਏ। ਹੁਣ ਜਿੱਥੇ ਪਹੁੰਚੇ ਤੇ ਅੱਗੇ ਇੱਕ ਪੰਡਤ ਸੀ, ਪਾਂਡਾ ਕਹਿ ਲਓ। ਉਹਨੇ ਪੂਰਾ ਚੌਂਕਾ ਤਿਆਰ ਕੀਤਾ ਸੀ। ਉਹਨੇ ਪਹਿਲਾਂ ਚੰਗੀ ਤਰ੍ਹਾਂ ਪੋਚਾ ਪਾਚਾ ਦੇ ਕੇ, ਆਪਣਾ ਇਸ਼ਨਾਨ ਕਰਕੇ, ਸੁੱਚੇ ਕੱਪੜੇ ਪਾ ਕੇ, ਉਹਦੇ ਚੌਂਕੇ ਦੇ ਆਲੇ ਦੁਆਲੇ ਲਕੀਰਾਂ ਕੱਢੀਆਂ। ਉਹ ਲਕੀਰਾਂ ਕੱਢ ਕੇ ਫਿਰ ਉਹਨੇ ਬਰਤਨ ਸਾਫ਼ ਕਰਕੇ ਉਹਦੇ ਉੱਪਰ ਆਪਣਾ ਭੋਜਨ ਬਣਾਉਣ ਵਾਸਤੇ ਤੇ ਰੱਖ ਦਿੱਤਾ। ਭਾਈ ਮਰਦਾਨਾ ਜੀ ਜਦੋਂ ਜਾ ਕੇ ਕੋਲ ਖੜੇ ਹੋਏ, ਹੁਣ ਕੁਦਰਤੀ ਭਾਈ ਮਰਦਾਨਾ ਜੀ ਦਾ ਜਿਹੜਾ ਪਰਛਾਵਾਂ ਸੀ ਉਹ ਉਹਦੇ ਚੌਂਕੇ ਵਿੱਚ ਚਲਾ ਗਿਆ। ਹੁਣ ਪਰਛਾਵਾਂ ਪਿਆ ਤੇ ਉਹਨੇ ਇੱਕਦਮ ਵੇਖਿਆ ਵੀ ਬੰਦਾ ਕੌਣ ਹੈ। ਤਕਰੀਬਨ ਪੁਰਾਣੇ ਜ਼ਮਾਨੇ ਵਿੱਚ ਅੱਜ ਵੀ ਆਪਾਂ ਕਿਸੇ ਦਾ ਰੰਗ ਰੂਪ ਵੇਖ ਕੇ ਹੀ ਕਈ ਵਾਰੀ ਜੱਜਮੈਂਟ ਕਰ ਲੈਂਦੇ ਹਾਂ ਕਿ ਇਹ ਕਿਹੜੀ ਬਰਾਦਰੀ ਦਾ ਹੈ, ਕਿਹੜੀ ਜਾਤੀ ਦਾ ਹੈ। ਉਹਨੂੰ ਪਤਾ ਲੱਗ ਗਿਆ ਵੀ ਇਹ ਕੋਈ ਸ਼ੂਦਰ ਹੈ। ਤੇ ਭਾਈ ਮਰਦਾਨਾ ਜੀ ਨੂੰ
ਇੰਨੇ ਗੁੱਸੇ ਵਿੱਚ ਆ ਕੇ ਉਹ ਕਹਿਣ ਲੱਗਾ ਤੂੰ ਮੇਰਾ ਸਾਰਾ ਕੁਝ ਸਵੇਰ ਦਾ ਕਿੰਨੇ ਘੰਟੇ। ਭਾਈ ਮਰਦਾਨਾ ਜੀ ਨੂੰ ਇੰਨੇ ਗੁੱਸੇ ਵਿੱਚ ਆ ਕੇ ਉਹ ਕਹਿਣ ਲੱਗਾ ਤੂੰ ਮੇਰਾ ਸਾਰਾ ਕੁਝ ਸਵੇਰ ਦਾ ਕਿੰਨੇ ਘੰਟਿਆਂ ਦੀ ਮੇਰੀ ਮਿਹਨਤ ਉਹ ਖਤਮ ਹੀ ਕਰ ਦਿੱਤੀ। ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਕੀ ਗੱਲ ਹੋ ਗਈ? ਆਖੇ ਤੇਰਾ ਪਰਛਾਵਾਂ ਮੇਰੇ ਚੌਂਕੇ 'ਚ ਪੈ ਗਿਆ, ਸਾਰਾ ਕੁਝ ਪਿੱਟਿਆ ਗਿਆ, ਹੁਣ ਮੈਨੂੰ ਸਾਰਾ ਕੁਝ ਦੁਬਾਰਾ ਫੇਰ ਕਰਨਾ ਪਏਗਾ। ਗੁੱਸੇ 'ਚ ਆ ਕੇ ਉਹਨੇ ਉਹ ਅੱਗ ਦੀ ਲੱਕੜ ਖਿੱਚ ਲਈ ਤੇ ਉਹ ਭਾਈ ਮਰਦਾਨਾ ਜੀ ਦੇ ਮਾਰਨ ਵਾਸਤੇ ਹੁਣ ਉਹ ਭਾਈ ਮਰਦਾਨਾ ਜੀ ਨੇ ਤਾਂ ਅਕਸਰ ਜਿੱਥੇ ਕਿਸੇ ਨੂੰ ਆਸਰਾ ਹੋਏ ਉੱਥੇ ਹੀ ਆਉਂਦਾ ਨਾ। ਭਾਈ ਮਰਦਾਨਾ ਜੀ ਗੁਰੂ ਸਾਹਿਬ ਵੱਲ ਭੱਜੇ, ਉਹ ਪਿੱਛੇ ਇਹ ਅੱਗੇ। ਗੁਰੂ ਸਾਹਿਬ ਕੋਲ ਪਹੁੰਚ ਗਏ ਤੇ ਗੁਰੂ ਸਾਹਿਬ ਪੁੱਛਦੇ ਨੇ ਭਾਈ ਦੱਸ ਕੀ ਗੱਲ ਹੈ, ਕੀ ਗੱਲ ਹੈ? ਇੱਕ ਮਿੰਟ ਰੋਕ, ਕਿਉਂ ਮਾਰ ਰਹੇ ਆ? ਕਹਿੰਦੇ ਤੂੰ ਇਹਨੂੰ। ਆਖੇ ਜੀ ਇਹਨੇ ਮੇਰਾ ਚੌਂਕਾ ਹੀ ਭ੍ਰਿਸ਼ਟ ਕਰ ਦਿੱਤਾ, ਮੈਂ ਕਿੰਨੀ ਮਿਹਨਤ ਕੀਤੀ, ਹੁਣ ਸਾਰਾ ਕੁਝ ਮੈਨੂੰ ਦੁਬਾਰਾ ਇੱਥੋਂ ਤੱਕ ਇਸ ਸ਼ੂਦਰ ਦੇ ਪਰਛਾਵੇਂ ਦਾ ਸਦਕਾ ਤਾਂ ਮੈਨੂੰ ਆਪਣਾ ਇਸ਼ਨਾਨ ਵੀ ਫਿਰ ਕਰਨਾ ਪਏਗਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨੂੰ ਕਹਿਣ ਲੱਗੇ ਤੈਨੂੰ ਲੱਗਦਾ ਹੈ ਕਿ ਤੇਰਾ ਚੌਂਕਾ ਜਿਹੜਾ ਉਹ ਸੁੱਚਾ ਹੈ? ਉਹ ਕਹਿਣ ਲੱਗਿਆ ਜੀ ਹਾਂ ਮੈਂ ਆਪ ਹੀ ਤਾਂ ਉਹ ਚੌਂਕਾ ਬਣਾਇਆ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਨਹੀਂ, ਜੇ ਚੌਂਕੇ ਦੇ ਅੰਦਰ ਸ਼ੂਦਰ ਬੈਠੇ ਹੋਣ ਫੇਰ? ਉਹਨੇ ਕਿਹਾ ਜੀ ਅੰਦਰ ਤੇ ਕੋਈ ਸ਼ੂਦਰ ਨਹੀਂ, ਅੰਦਰ ਤੇ ਮੈਂ ਹੀ ਬੈਠਾ। ਗੁਰੂ ਸਾਹਿਬ ਜੀ ਕਹਿਣ ਲੱਗੇ ਨਹੀਂ, ਤੈਨੂੰ ਅਸੀਂ ਦੱਸ ਦਿੰਦੇ ਹਾਂ ਵੀ ਕਿਹੜੇ ਸ਼ੂਦਰ ਬੈਠੇ ਨੇ। ਫਿਰ ਉੱਥੇ ਗੁਰੂ ਸਾਹਿਬ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ, ਕਬੁੱਧ ਡੂਮਣੀ ਕੋ ਦਇਆ ਕਸਾਇਣ ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ। ਕਹਿੰਦੇ ਕਬੁੱਧ ਰੂਪੀ ਭਾਵ ਤੇਰੀ ਬੁੱਧ ਜਿਹੜੀ ਹੈ ਨਾ ਉਹ ਮੈਨੂੰ ਠੀਕ ਨਹੀਂ ਲੱਗੀ, ਤੂੰ ਕਬੁੱਧਾ ਆਦਮੀ ਹੈ, ਇਸ ਲਈ ਕਬੁੱਧ ਰੂਪੀ ਡੂਮਣੀ ਤੇਰੇ ਅੰਦਰ ਬੈਠੀ ਹੈ। ਕੋ ਦਇਆ ਤੇਰੇ ਅੰਦਰ ਹੈ ਨਹੀਂ, ਤੂੰ ਮਾਰਨ ਵਾਸਤੇ ਮਗਰ ਆਇਆ ਹੈ। ਦਇਆ ਦੇ ਉਲਟ ਆਪੋਜਿਟ ਭਾਵ ਕ੍ਰੋਧ, ਮਾਰਨ ਦੀ ਬਿਰਤੀ। ਕੋ ਕਦਾਇਆ ਰੂਪੀ ਕਸਾਇਣ ਤੇਰੇ ਅੰਦਰ ਬੈਠੀ ਹੈ, ਕਸਾਈ ਤੇ ਕਸਾਇਣ। ਫਿਰ ਕਹਿੰਦੇ ਮੁੱਠੀ ਕ੍ਰੋਧ ਪਰ ਨਿੰਦਾ ਘੱਟ ਚੂੜੀ, ਪਰਾਈ ਨਿੰਦਿਆ ਰੂਪੀ ਚੂੜੀ ਤੇਰੇ ਅੰਦਰ ਬੈਠੀ ਹੈ। ਮੁੱਠੀ ਕ੍ਰੋਧ ਚੰਡਾਲ, ਕਹਿੰਦੇ ਬਹੁਤ ਵੱਡੀ ਚੰਡਾਲਨੀ, ਮੁੱਠੀ ਮੈਨੇ ਬਹੁਤ ਮੋਟੀ, ਚੰਡਾਲਨੀ ਤੇਰੇ ਅੰਦਰ ਬੈਠੀ ਹੈ ਕ੍ਰੋਧ ਰੂਪੀ। ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਹੈ, ਜਾਂ ਚਾਰੇ ਬੈਠੀਆਂ ਨਾਲ। ਕਹਿੰਦੇ ਆਹ ਕਾਰਾਂ ਜਿਹੜੀਆਂ ਆਲੇ ਦੁਆਲੇ ਕੱਢੀਆਂ ਨੇ ਉਹਦੇ ਨਾਲ ਕੀ ਹੋਏਗਾ? ਚਾਰੇ ਦੀਆਂ ਚਾਰੇ ਡੂਮਣੀਆਂ ਭਾਵ ਸ਼ੂਦਰਨਾ ਤੋਂ ਤੇ ਨਾਲ ਲਈ ਬੈਠਾ। ਜਿਨ੍ਹਾਂ ਸ਼ੂਦਰਾਂ ਤੋਂ ਇਹ ਪਰਛਾਵੇਂ ਤੋਂ ਤੂੰ ਨਫ਼ਰਤ ਮੰਨਦਾ ਹੈ ਉਹ ਤੇਰੇ ਅੰਦਰ ਬੈਠੀਆਂ ਨੇ। ਸਾਧ ਸੰਗਤ ਇਹੋ ਹੀ ਅਸਲ ਵਿੱਚ ਗਲਤੀ ਰਹਿੰਦੀ ਹੈ ਜੀਵਨ ਵਿੱਚ। ਬੰਦਾ ਬਾਹਰ ਦੇਖਦਾ ਹੈ, ਅੰਦਰ ਨਹੀਂ ਦੇਖਦਾ। ਬਿਰਤੀ ਜ਼ਿਆਦਾਤਰ ਬਾਹਰ ਮੁਖੀ ਰਹਿੰਦੀ ਹੈ। ਬਾਹਰ ਕੀ ਹੋ ਰਿਹਾ, ਕੋਈ ਕੀ ਕਰ ਰਿਹਾ, ਉਹਦੇ ਉੱਤੇ ਤੇ ਇਹਦਾ ਬੜਾ ਫੋਕਸ ਰਹਿੰਦਾ ਹੈ। ਪਰ ਮੇਰੇ ਅੰਦਰ ਕੀ ਪਿਆ, ਮੈਂ ਕੀ ਕਰ ਰਿਹਾ, ਉਹਦੇ ਵੱਲ ਇਹਦਾ ਧਿਆਨ ਨਹੀਂ ਜਾਂਦਾ। ਉਹਦੇ ਵੱਲ ਧਿਆਨ ਤਾਂ ਜਾਂਦਾ ਹੈ ਜੇ ਬਿਰਤੀ ਅੰਤਰਮੁਖੀ ਹੋਏ। ਤੇ ਅੰਤਰਮੁਖੀ ਬਿਰਤੀ ਬਣਾਉਣ ਵਾਸਤੇ ਹੀ ਬਾਬਾ ਜੀ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਨ ਰਹਿ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਕਹਿੰਦੇ ਆਪਣੇ ਗਿਰੀਵਾਨ ਵਿੱਚ ਦੇਖ, ਜੇ ਤੂੰ ਸਿਆਣਾ ਹੈ, ਜੇ ਬਰੀਕ ਸੂਝ ਦਾ ਮਾਲਕ ਹੈ। ਤਾਂ ਸਾਧ ਸੰਗਤ ਸਤਿਗੁਰੂ ਜੀ ਇੱਥੇ ਬਖਸ਼ੀਸ਼ ਕਰ ਰਹੇ ਨੇ, ਪਰ ਨਿੰਦਾ ਪਰਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ। ਰਸ ਕਸ ਕਹਿੰਦੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਚਸਕੇ, ਤੇ ਆਪ ਸਲਾਹਣਾ ਆਪਦੇ ਆਪ ਨੂੰ ਸਲਾਹੁਣਾ ਵਡਿਆਉਣਾ, ਆਪ ਦੀ ਵਡਿਆਈ ਕਰਨੀ। ਇਹ ਕਰਮ ਮੇਰੇ ਕਰਤਾਰ, ਹੇ ਮੇਰੇ ਕਰਤਾਰ ਮੇਰੀਆਂ ਤੇ ਆਹ ਕਰਤੂਤਾਂ ਹਨ।
ਬਾਬਾ ਬੋਲੀਐ ਪਤ ਹੋਏ, ਊਤਮ ਸੇ ਦਰ ਊਤਮ ਕਹੀਐ, ਨੀਚ ਕਰਮ ਬਹਿ ਰੋਏ। ਰਹਾਓ ਠਹਿਰਾ ਦੇ ਕੇ ਰਹਾਓ ਦੀ ਪੰਕਤੀ ਵਿੱਚ ਸਾਹਿਬ ਫਰਮਾਨ ਕਰ ਰਹੇ ਨੇ, ਬਾਬਾ ਬੋਲੀਐ ਪਤ ਹੋਏ। ਕਹਿੰਦੇ ਉਹ ਕੁਛ ਬੋਲਿਆ ਜਾਏ ਮੂੰਹ ਚੋਂ ਜਿਹਦੇ ਨਾਲ ਜਿਹੜੀ ਪਤ ਹੈ, ਇੱਜ਼ਤ ਹੈ, ਰੱਬ ਦੇ ਘਰ ਵਿੱਚ ਬਚ ਜਾਏ। ਭਾਵ ਪਤ ਸਹਿਤ ਇੱਜ਼ਤ ਨਾਲ ਰੱਬ ਦੇ ਘਰ ਵਿੱਚ ਜਾਈਏ, ਉਹ ਬੋਲ ਮੂੰਹ ਚੋਂ ਬੋਲੀਏ। ਬਾਬਾ ਬੋਲੀਐ ਪਤ ਹੋਏ, ਊਤਮ ਸੇ ਦਰ ਊਤਮ ਕਹੀਐ। ਜਿਹੜੇ ਉੱਤਮ ਜੀਵਨ ਵਾਲੇ ਨੇ, ਭਾਵ ਜਿਨ੍ਹਾਂ ਦਾ ਜੀਵਨ ਉੱਚਾ ਸੁੱਚਾ ਹੈ, ਉਹ ਹੀ ਰੱਬ ਦੇ ਘਰ ਵਿੱਚ ਉੱਤਮ ਜਾਣੇ ਜਾਂਦੇ ਨੇ। ਨੀਚ ਕਰਮ, ਜਿਨ੍ਹਾਂ ਦੇ ਕਰਮ ਨੀਚ ਨੇ, ਬਹਿ ਰੋਏ। ਕਹਿੰਦੇ ਉਹਨਾਂ ਨੇ ਇੱਥੇ ਵੀ ਰੋਣਾ ਹੈ ਤੇ ਅੱਗੇ ਵੀ ਰੋਣਾ ਹੈ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਰਸ ਸੋਇਨਾ ਰਸ ਰੂਪਾ, ਕਾਮਣ ਰਸ ਪਰਮਲ ਕੀ ਵਾਸ। ਰਸ ਸੋਇਨਾ, ਸੋਇਨੇ ਦਾ ਰਸ, ਰੂਪਾ ਮੈਨੇ ਚਾਂਦੀ ਦਾ ਰਸ, ਕਾਮਣ ਰਸ, ਕਾਮਣ ਮੈਨੇ ਇਸਤਰੀ, ਉਹਦਾ ਰਸ, ਪਰਮਲ ਕੀ ਵਾਸ। ਪਰਮਲ ਤੋਂ ਭਾਵ ਸੁਗੰਧੀ ਵਾਲੀਆਂ ਚੀਜ਼ਾਂ ਦੀ, ਜਿਵੇਂ ਵਾਸ਼ਨਾ ਵਾਲੀਆਂ ਚੀਜ਼ਾਂ ਅਸੀਂ ਵਰਤਦੇ ਹਾਂ, ਸੁਗੰਧੀਆਂ ਵਗੈਰਾ ਵਰਤਦੇ ਹਾਂ। ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਘੋੜੇ ਤੋਂ ਭਾਵ ਹੈ ਉਹਨਾਂ ਜ਼ਮਾਨਿਆਂ ਵਿੱਚ ਚੜ੍ਹਨ ਵਾਸਤੇ ਸਵਾਰੀ ਘੋੜਿਆਂ ਦੀ ਹੁੰਦੀ ਸੀ, ਸਾਰਿਆਂ ਤੋਂ ਸ੍ਰੇਸ਼ਟ। ਅੱਜ ਕੱਲ੍ਹ ਜਿਵੇਂ ਕਾਰਾਂ ਗੱਡੀਆਂ ਨੇ, ਭਾਵ ਸਵਾਰੀਆਂ ਦਾ ਰਸ। ਰਸ ਸੇਜਾ, ਸੇਜਾ ਦਾ ਰਸ। ਮੰਦਰ ਭਾਵ ਘਰਾਂ ਦਾ ਰਸ। ਰਸ ਮੀਠਾ, ਮਿੱਠੀਆਂ ਚੀਜ਼ਾਂ ਖਾਣ ਦਾ ਰਸ। ਤੇ ਮਾਸ ਆਦਿ ਚੀਜ਼ਾਂ ਨੂੰ ਖਾਣ ਦਾ, ਮਾਸ ਖਾਣ ਦਾ ਰਸ। ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਜਿਹੜੇ ਸਰੀਰ ਵਿੱਚ ਇੰਨੇ ਰਸ ਪਹਿਲਾਂ ਹੀ ਹਿਰਦੇ ਵਿੱਚ ਵਸੇ ਹੋਏ ਹੋਣ, ਤਾਂ ਕਹਿੰਦੇ ਉੱਥੇ ਨਾਮ ਦਾ ਨਿਵਾਸ ਕਿੱਥੇ ਹੋਏਗਾ। ਭਾਵ ਜਿਹੜੇ ਆਹ ਰਸ ਨੇ ਨਾ, ਜਿਨ੍ਹਾਂ ਦਾ ਜ਼ਿਕਰ ਗੁਰੂ ਸਾਹਿਬ ਜੀ ਕਰਦੇ ਨੇ, ਨਾਮ ਦੇ ਰਸ ਨੂੰ ਪ੍ਰਾਪਤ ਕਰਨ ਦੇ ਰਸਤੇ ਵਿੱਚ ਸਾਰੇ ਹੀ ਰੁਕਾਵਟ ਨੇ। ਭਾਵ ਇੱਕ ਚੀਜ਼ ਹੁੰਦੀ ਹੈ ਆ ਸਰੀਰ ਨੂੰ ਚਲਦਿਆਂ ਰੱਖਣ ਵਾਸਤੇ ਖਾਣੀ, ਇੱਕ ਚੀਜ਼ ਹੁੰਦੀ ਹੈ ਚਸਕੇ ਵਾਸਤੇ ਖਾਣੀ। ਸੋ ਗੁਰੂ ਸਾਹਿਬ ਜੀ ਸਾਨੂੰ ਹਦਾਇਤ ਕਰਦੇ ਨੇ, ਜੇ ਤੂੰ ਭੋਜਨ ਸਰੀਰ ਦੀ ਲੋੜ ਦੀ ਪੂਰਤੀ ਵਾਸਤੇ ਕਰੇਂਗਾ ਤਾਂ ਤੈਨੂੰ ਨਾਮ ਦਾ ਰਸ ਉਸ ਪਾਸੇ ਆ ਸਕੇਗਾ। ਜੇ ਇਹਨਾਂ ਰਸਾਂ ਵਿੱਚ ਫਸਿਆ ਰਿਹਾ, ਫਿਰ ਇਸ ਸਰੀਰ ਵਿੱਚ ਤੇ ਨਾਮ ਦਾ ਨਿਵਾਸ ਨਹੀਂ ਹੋ ਸਕਦਾ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਜਿਤ ਬੋਲਿਐ ਪਤ ਪਾਈਐ, ਸੋ ਬੋਲਿਆ ਪਰਵਾਣ। ਜਿਸ ਬੋਲਣ ਨਾਲ ਪਤ ਪਾਈਐ, ਭਾਵ ਇੱਜ਼ਤ ਪਾਈਏ। ਕਿੱਥੋਂ ਪਾਈਏ? ਰੱਬ ਦੇ ਘਰੋਂ, ਗੁਰੂ ਦੇ ਘਰੋਂ। ਜਿਤ ਬੋਲਿਆ ਪਤ ਪਾਈਐ, ਸੋ ਬੋਲਿਆ ਪ੍ਰਵਾਨ। ਉਹ ਬੋਲਿਆ ਗੁਰੂ ਨੂੰ, ਰੱਬ ਨੂੰ ਪ੍ਰਵਾਨ ਹੈ। ਭਾਵ ਅਜਿਹੇ ਬੋਲ, ਇੱਕ ਬੋਲ ਹੈ ਆਪਾਂ ਸਤਨਾਮ ਸ੍ਰੀ ਵਾਹਿਗੁਰੂ, ਇਹ ਵੀ ਬੋਲਦੇ ਹਾਂ। ਇੱਕ ਬੋਲਣਾ ਹੈ ਗੁਰਬਾਣੀ, ਰਾਗੀ ਸਿੰਘ ਕੀਰਤਨ ਕਰਦੇ ਨੇ। ਇੱਕ ਪਾਠ ਕਰਨ ਵਾਲੇ ਪਾਠ ਕਰਦੇ ਨੇ, ਉਹ ਵੀ ਤੇ ਬੋਲ ਨੇ। ਲੇਕਿਨ ਇੱਕ ਬੋਲ ਨੇ ਜਿਹੜੇ ਵਿਸ਼ੇ ਵਿਕਾਰ ਪੈਦਾ ਕਰਦੇ ਨੇ। ਕੰਨਾਂ ਰਾਹੀਂ ਜਦੋਂ ਸੁਣਦੇ ਨੇ, ਵਿਖੇ ਨਾਦ, ਨਾਦ ਮੈਨੇ ਗੀਤ, ਵਿਖੇ ਮੈਨੇ ਵਿਸ਼ੇ ਵਿਕਾਰ ਪੈਦਾ ਕਰਨ ਵਾਲੇ। ਵਿਖੇ ਨਾਦ ਕਰਨ ਸੁਣ ਭੀਨਾ। ਕਹਿੰਦੇ ਜਿਹੜੇ ਕੰਨ ਨੇ ਨਾ, ਉਹ ਵਿਸ਼ੇ ਵਿਕਾਰ ਪੈਦਾ ਕਰਨ ਵਾਲੇ ਗੀਤ ਸੁਣ ਕੇ ਬਹੁਤ ਭਿੱਜਦੇ ਨੇ, ਭਾਵ ਬਹੁਤ ਖੁਸ਼ ਹੁੰਦੇ ਨੇ। ਵਿਖੇ ਨਾਦ ਕਰਨ ਸੁਣ ਭੀਨਾ। ਤੇ ਦੂਜੇ ਪਾਸੇ
ਹਰ ਜਸ ਸੁਣਤ ਆਲਸ ਮਨ ਕੀਨਾ। ਕਹਿੰਦੇ ਹਰੀ ਦਾ ਜਸ ਸੁਣ ਵੇਲੇ ਉਹੋ ਹੀ ਜਿਹੜੇ ਕੰਨ ਨੇ ਆਲਸ ਕਰ ਜਾਂਦੇ ਨੇ ਵੀ ਕੀ ਸੁਣਨਾ ਹੈ। ਹਰ ਜਸ ਸੁਣਤ ਆਲਸ ਮਨ ਕੀਨਾ। ਤੋ ਸਾਹਿਬ ਇੱਥੇ ਪ੍ਰਮਾਣ ਕਰ ਰਹੇ ਨੇ, ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪ੍ਰਵਾਨ। ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਅਜਾਨ। ਹੇ ਅਣਜਾਣ, ਹੇ ਮੂਰਖ ਮਨ, ਜਿਹੜਾ ਫਿੱਕਾ ਬੋਲਣਾ ਹੈ ਉਹ ਤੇ ਆਪਦੇ ਪੱਲੇ ਖੁਆਰੀ ਤੇ ਵਿਗੁਚਣਾ ਤੋਂ ਭਾਵ ਪਿੰਡਾਂ ਥਾਵਾਂ ਵਾਲੇ ਇਸ ਗੱਲ ਨੂੰ, ਇਸ ਲਫ਼ਜ਼ ਨੂੰ ਸਮਝਦੇ ਨੇ। ਵਿਗੁਚਣਾ, ਬਗੋਚਾ ਆ ਜਾਣਾ, ਘਾਟਾ ਪੈ ਜਾਣਾ, ਨੁਕਸਾਨ ਹੋ ਜਾਣਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਿ ਫਿੱਕਾ ਬੋਲਣਾ ਤੇ ਵਗੁਚਣਾ ਹੀ ਹੈ, ਭਾਵ ਇਹਦੇ ਨਾਲ ਤੇ ਘਾਟਾ ਹੀ ਘਾਟਾ ਹੈ, ਇਹਦੇ ਨਾਲ ਤੇ ਪੱਲੇ ਖੁਆਰੀ ਖੁਆਰੀ ਹੈ। ਫਿੱਕਾ ਬੋਲਣਾ ਗੁਰੂ ਸਾਹਿਬ ਜੀ ਕਹਿੰਦੇ ਚੰਗਾ ਨਹੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਜਪਜੀ ਸਾਹਿਬ ਅੰਦਰ ਸਾਨੂੰ ਸਮੱਤ ਦਿੰਦੇ ਨੇ ਕਿ ਜਿਹੜਾ ਬੰਦਾ ਕੇਵਲ ਆਪਣੇ ਮੂੰਹ ਦੇ ਬੋਲ ਬੋਲ ਕੇ ਹੀ ਤੇ ਦੂਜੇ ਬੰਦੇ ਨਾਲ ਵਿਗਾੜ ਪਾ ਲਵੇ, ਕਹਿੰਦੇ ਉਸ ਬੰਦੇ ਨੂੰ ਕਹਿੰਦੇ ਮੂਰਖਾਂ ਦਾ ਮੂਰਖ ਕਿਹਾ ਜਾਂਦਾ ਹੈ। ਵੀ ਹੋਰ ਕੋਈ ਵੈਰ ਤੇ ਹੈ ਨਹੀਂ ਸੀ, ਕੇਵਲ ਬਸ ਮੂੰਹ ਦੇ ਲਫ਼ਜ਼ ਹੀ ਇੱਦਾਂ ਦੇ ਬੋਲੇ ਕਿ ਦੂਜਾ ਬੰਦਾ ਦੁਸ਼ਮਣ ਬਣ ਗਿਆ। ਗੁਰੂ ਸਾਹਿਬ ਕਹਿੰਦੇ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਵਾਰ। ਕਹਿੰਦੇ ਉਹਦੇ ਸਿਰ ਲਿਖਿਆ ਜਾ ਸਕਦਾ ਹੈ ਵੀ ਇਹ ਗਵਾਰਾਂ ਦਾ ਗਵਾਰ ਹੈ। ਫਿਰ ਸਾਹਿਬ ਫਰਮਾਨ ਕਰਦੇ ਨੇ ਸ੍ਰੀ ਆਸਾ ਜੀ ਦੀ ਵਾਰ ਅੰਦਰ, ਨਾਨਕ ਫਿੱਕਾ ਬੋਲੇ ਹੈ ਤਨ ਮਨ ਫਿੱਕਾ ਹੋਏ। ਫਿੱਕਾ ਬੋਲਣ ਨਾਲ ਤਨ ਤੇ ਮਨ ਦੋਵੇਂ ਫਿੱਕੇ ਹੋ ਜਾਂਦੇ ਨੇ। ਸਾਧ ਸੰਗਤ, ਜਿਹੜਾ ਫਿੱਕਾ ਬੋਲ ਹੈ ਨਾ, ਜਿਹਨੂੰ ਬੋਲਿਆ ਗਿਆ ਉਹਦੇ ਉੱਤੇ ਅਸਰ ਤੇ ਤਾਂ ਹੋਏਗਾ ਜੇ ਉਹ ਉਸ ਅਸਰ ਨੂੰ ਕਬੂਲੇਗਾ, ਐਕਸੈਪਟ ਕਰੇਗਾ, ਤਾਂ ਜੇ ਪ੍ਰਵਾਨ ਕਰੇਗਾ। ਜੇ ਉਹਨੇ ਇਗਨੋਰ ਕਰ ਦਿੱਤਾ, ਵੀ ਗੱਲ ਗਈ ਆਈ ਕਰ ਦਿੱਤੀ, ਭਾਵ ਕਿਸੇ ਨੇ ਕਿਸੇ ਨੂੰ ਗਾਲ ਕੱਢ ਦਿੱਤੀ ਤੇ ਉਹਨੇ ਕਿਹਾ ਕੋਈ ਗੱਲ ਨਹੀਂ, ਜਵਾਬ ਹੀ ਨਹੀਂ ਦਿੱਤਾ, ਉਹਦੇ ਤੇ ਫਿਰ ਕੋਈ ਅਸਰ ਨਹੀਂ ਹੋਣਾ। ਫਿਰ ਉਹ ਅਸਰ ਕਿਹਦੇ ਤੇ ਹੋਏਗਾ? ਜਿਹਨੇ ਆਪਦੇ ਮੁੱਖ ਚੋਂ ਬੋਲਿਆ ਹੈ। ਬੋਲਣ ਨਾਲ ਤੇ ਉਸੇ ਵੇਲੇ ਹੀ ਅਸਰ ਹੋ ਜਾਂਦਾ ਨਾ, ਤੇ ਜਿਹਨੂੰ ਕਿਹਾ ਗਿਆ ਉਹਦੇ ਤੇ ਅਸਰ ਹੁੰਦਾ ਹੈ ਜਾਂ ਨਹੀਂ ਹੁੰਦਾ, ਇਹ ਬਾਅਦ ਦੀ ਗੱਲ ਹੈ, ਉਹਦੇ ਤੇ ਨਿਰਭਰ ਕਰਦਾ ਹੈ। ਤੋ ਸਾਧ ਸੰਗਤ, ਗੁਰੂ ਸਾਹਿਬ ਜੀ ਇਸੇ ਕਰਕੇ ਕਹਿੰਦੇ ਨੇ ਫਿੱਕਾ ਬੋਲਣ ਵਾਲੇ ਦਾ ਤਨ ਵੀ ਤੇ ਮਨ ਵੀ ਦੋਵੇਂ ਫਿੱਕੇ ਹੋ ਜਾਂਦੇ ਨੇ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ। ਫਿੱਕਾ ਦਰਗਹਿ ਸੁੱਟੀਐ ਮੋਹਿ ਤੁਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਤੋ ਸਾਧ ਸੰਗਤ, ਸਤਿਗੁਰੂ ਜੀ ਇੱਥੇ ਵੀ ਉਹੋ ਹੀ ਬਚਨ, ਉਹੋ ਹੀ ਉਪਦੇਸ਼ ਸਾਡੀ ਝੋਲੀ ਵਿੱਚ ਪਾਉਂਦੇ ਨੇ। ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਅਜਾਨ। ਜੋ ਤਿਸ ਭਾਵੈ ਸੇ ਭਲੇ ਹੋਰ ਕੇ ਕਹਿਣ ਵਖਾਣ। ਜਿਹੜੇ ਉਸ ਪਰਮੇਸ਼ਰ ਨੂੰ ਭਾਉਂਦੇ ਨੇ ਉਹ ਭਲੇ ਨੇ, ਉਹ ਚੰਗੇ ਨੇ। ਹੋਰ ਕੇ ਕਹਿਣ ਵਖਾਣ, ਕਹਿੰਦੇ ਕੀ ਵਖਿਆਨ ਤੇ ਕੀ ਕਹਿਣ ਦੀ ਲੋੜ ਹੈ? ਜਿਹੜੇ ਉਹਨੂੰ ਭਾ ਗਏ ਉਹ ਚੰਗੇ ਨੇ। ਤਿਨ ਮਤ ਤਿਨ ਪਤ ਤਿਨ ਧਨ ਪੱਲੇ ਜਿਨ ਹਿਰਦੈ ਰਹਿਆ ਸਮਾਏ। ਉਹਨਾਂ ਦੇ ਹੀ ਪੱਲੇ ਮਤ ਵੀ ਹੈ, ਪਤ ਵੀ ਹੈ, ਉਹਨਾਂ ਦੇ ਪੱਲੇ ਧਨ ਵੀ ਹੈ। ਧਨ ਕਿਹਨੂੰ ਆਖਦੇ ਨੇ? ਧਨ ਇੱਕ ਤੇ ਧਨ ਹੈ ਮਾਇਆ, ਇੱਕ ਧਨ ਹੈ ਪਰਮੇਸ਼ਰ ਦਾ ਨਾਮ, ਨਾਮ ਰੂਪੀ ਧਨ। ਜਿਨ ਹਿਰਦੈ ਰਹਿਆ ਸਮਾਏ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਸਮਾ ਜਾਂਦਾ ਹੈ, ਕਹਿੰਦੇ ਉਹਨਾਂ ਪਾਸ ਪਤ ਵੀ ਹੈ ਤੇ ਉਹਨਾਂ ਦੇ ਪੱਲੇ ਧਨ ਵੀ ਹੈ। ਤਿਨਕਾ ਕਿਆ ਸਾਲਾਹਣ ਅਵਰ ਸਵਾਲਿਓ ਕਾਏ। ਤਿਨਕਾ ਕਿਆ ਸਾਲਾਹਣ,
ਕਹਿੰਦੇ ਉਹਨਾਂ ਦਾ ਸਲਾਉਣਾ ਕੀ, ਅਵਰ ਸਵਾਲਿਓ ਕਾਏ। ਇੱਕ ਪਾਸੇ ਤੇ ਕਹਿੰਦੇ ਭਾਈ ਉਹਨਾਂ ਨੂੰ ਸਲਾਹਿਆ ਹੀ ਨਹੀਂ ਜਾ ਸਕਦਾ, ਭਾਵ ਉਹਨਾਂ ਦੀ ਸਿਫਤ ਤੇ ਕੀਤੀ ਹੀ ਨਹੀਂ ਜਾ ਸਕਦੀ। ਤੇ ਦੂਜੇ ਪਾਸੇ ਕਹਿੰਦੇ ਅਵਰ ਸਵਾਲਿਓ ਕਾਏ, ਤੇ ਹੋਰ ਕਿਸੇ ਨੂੰ ਸਲਾਉਣਾ ਕੀ ਹੈ ਉਹਨਾਂ ਤੋਂ ਬਿਨਾਂ। ਸਲਾਉਣਾ ਤੇ ਉਹਨਾਂ ਨੂੰ ਹੀ, ਪਰ ਉਹਨਾਂ ਨੂੰ ਸਲਾਹ ਕੇ ਅਸੀਂ ਉਹਨਾਂ ਦੀ ਕੀਮਤ ਨਹੀਂ ਪਾ ਸਕਦੇ। ਨਾਨਕ ਨਦਰੀ ਬਾਹਰੇ ਰਾਚੈ ਦਾਨ ਨਾ ਨਾਏ। ਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਰ ਦੀ ਨਜ਼ਰ ਤੋਂ ਜਿਹੜੇ ਬਾਹਰ ਨੇ, ਉਹਦੀ ਕਿਰਪਾ ਦ੍ਰਿਸ਼ਟੀ ਮਿਹਰ ਤੋਂ ਜਿਹੜੇ ਬਾਹਰ ਨੇ, ਕਹਿੰਦੇ ਰਾਚੈ ਦਾਨ, ਉਹ ਪਤਾ ਕਿਹਦੇ ਨਾਲ ਰਚੇ ਹੋਏ ਹੁੰਦੇ ਨੇ, ਉਹ ਉਹਦੀ ਦਿੱਤੇ ਹੋਏ ਦਾਨ ਨਾਲ। ਰੱਬ ਨੇ ਸਾਰਾ ਕੁਝ ਸਾਨੂੰ ਦਾਨ ਵਿੱਚ ਦਿੱਤਾ, ਸਰੀਰ, ਫਿਰ ਸਾਰਾ ਪਰਿਵਾਰ, ਫਿਰ ਧਨ ਦੌਲਤ, ਘਰ-ਬਾਰ, ਉਹ ਦਾਨ। ਅਸੀਂ ਉਹਦੇ ਦਾਨ ਨਾਲ ਤਾਂ ਅਟੈਚ ਹੋ ਜਾਂਦੇ ਹਾਂ ਤੇ ਉਹਦੇ ਨਾਮ ਨੂੰ ਭੁੱਲ ਜਾਂਦੇ ਹਾਂ। ਰਾਚੈ ਦਾਨ ਨਾ ਨਾਏ, ਕਹਿੰਦੇ ਦਾਨ ਨਾਲ ਤੇ ਰਚ ਗਏ ਪਰ ਉਹਦਾ ਨਾਮ ਛੱਡ ਦਿੱਤਾ। ਇਸ ਕਰਕੇ ਆਪਾਂ ਦਾਤਾਂ ਨਾਲ ਪਿਆਰ ਨਹੀਂ ਕਰਨਾ, ਆਪਾਂ ਪਿਆਰ ਦਾਤੇ ਨਾਲ ਕਰਨਾ ਹੈ। ਪਰ ਮਨਮੁਖ ਬੰਦਾ ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤਾਂ ਨੂੰ ਜਦੋਂ ਪਿਆਰ ਕਰਦੇ ਹਾਂ ਉਦੋਂ ਦਾਤਾਰ ਵਿਸਰ ਜਾਂਦਾ ਹੈ। ਸੋ ਗੁਰੂ ਕਿਰਪਾ ਕਰੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਇਸ ਬਾਣੀ ਦੀ ਵਿਚਾਰ ਦਾ ਲਾਭ ਸਾਨੂੰ ਤਾਂ ਪ੍ਰਾਪਤ ਹੋਏਗਾ ਜੇ ਆਪਾਂ ਬਾਣੀ ਦੇ ਨਿਤਨੇਮੀ ਹੋਈਏ, ਨੇਮ ਅਨੁਸਾਰ ਸਵੇਰੇ ਵੀ ਸ਼ਾਮ ਨੂੰ ਵੀ ਬਾਣੀ ਪੜ੍ਹੀਏ। ਤੇ ਨਾਲ ਹੀ ਜਿਨ੍ਹਾਂ ਨੇ ਅਜੇ ਗੁਰੂ ਕਾ ਬਖਸ਼ਿਆ ਖੰਡੇ ਬਾਟੇ ਦਾ ਅੰਮ੍ਰਿਤਪਾਨ ਨਹੀਂ ਕੀਤਾ, ਅੰਮ੍ਰਿਤ ਛਕ ਕੇ ਗੁਰੂ ਵਾਲੇ ਵੀ ਬਣੀਏ। ਗੁਰੂ ਕੀ ਦਰਸਾਈ ਹੋਈ ਰਹਿਤ ਮਰਜ਼ਾਦਾ ਦੇ ਧਾਰਨੀ ਵੀ ਹੋਈਏ। ਸਤਿਗੁਰੂ ਜੀ ਕੀ ਬਖਸ਼ਿਸ਼ ਕਰਦੇ ਨੇ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਭੁੱਲ ਚੁੱਕ ਦੀ ਖਿਮਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।